मेरे अरेस्ट वारंट ਜਿਹੜੇ ਜਾਰੀ ਹੋਏ ਆ ਉਹਦੇ ਲਈ ਮੈਨੂੰ ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਆ। ਮੇਰਾ ਲੁੱਕਆਊਟ ਨੋਟਿਸ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤਾਂ ਮੈਂ ਇਨਵੈਸਟੀਗੇਸ਼ਨ ਜੁਆਇਨ ਕਰੂੰਗਾ। ਉਹਦੇ 'ਚ ਕੋਈ ਪ੍ਰੋਬਲਮ ਨਹੀਂ ਤੇ ਅਸੀਂ ਡਰੀਏ ਵੀ ਕਿਉਂ? ਜੇ ਅਸੀਂ ਕੁਝ ਗਲਤ ਹੀ ਨਹੀਂ ਕੀਤਾ ਤਾਂ ਅਸੀਂ ਡਰੀਏ ਵੀ ਕਿਉਂ? ਸੋ ਇਸ ਕਰਕੇ ਇਨਵੈਸਟੀਗੇਸ਼ਨ ਏਜੰਸੀਜ਼ ਨੂੰ, ਪੁਲਿਸ ਡਿਪਾਰਟਮੈਂਟ ਨੂੰ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਭਾਲਣ ਵਾਸਤੇ ਘਰੋਂ ਘਰੀ ਜਾਂ ਬੰਦਿਆਂ ਨੂੰ ਬੁਲਾਉਣਾ ਇਹ ਖੇਚਲ ਨਾ ਕਰੋ। ਮੈਂ ਆਪੇ ਹੀ ਤੁਹਾਡੇ ਕੋਲੇ 2 ਦਿਨਾਂ 'ਚ ਆ ਜਾਊਂਗਾ। ਦੇਖੋ ਕਿਹੜੀ ਕਿਤਾਬ 'ਚ ਲਿਖਿਆ ਵੀ ਖਾਲੀ ਪੋਸਟ ਤੇ ਅਸੀਂ ਨਿਸ਼ਾਨ ਸਾਹਿਬ ਜਾਂ ਕਿਸਾਨੀ ਦਾ ਝੰਡਾ ਸਿਰਫ ਸੰਕੇਤਕ ਤੌਰ ਤੇ ਨਹੀਂ ਲਾ ਸਕਦੇ। ਜਿਹੜੇ ਪੁਲਿਸ ਵਾਲੇ ਸੀ ਉਹ ਸਾਡੀ ਤਾਰੀਫ ਕਰ ਰਹੇ ਸੀ ਵੀ ਯਾਰ ਤੁਸੀਂ ਬੰਦੇ ਵਾਕਈ ਠੀਕ ਹੋ, ਤੁਸੀਂ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਇਹ ਹੁੱਲੜਬਾਜ਼ੀ ਨਹੀਂ ਕਰ ਰਹੇ, ਉਦਮ ਨਹੀਂ ਮਚਾ ਰਹੇ। ਥੱਲੇ ਨੂੰ ਆਉਂਦੇ ਆਉਂਦੇ ਇੱਕ ਹੋਰ ਇਨਫੋਰਮੇਸ਼ਨ ਮਿਲੀ ਵੀ ਗੋਲੀ ਚੱਲ ਗਈ ਤੇ ਸਾਡੇ 3 ਬੰਦੇ ਮਰ ਗਏ, ਜੋ ਕਿ ਬਿਲਕੁਲ ਝੂਠ ਸੀ। ਕਿਸਾਨ ਮੋਰਚੇ 'ਚ ਆਇਆ ਹੋਇਆ ਬੰਦਾ ਸੀ, ਉਹਦਾ ਮੋਟਰਸਾਈਕਲ ਫੜਿਆ, ਉਹਦਾ ਪਿਆਰ ਨਾਲ ਮੋਟਰਸਾਈਕਲ ਫੜਿਆ, ਉਹਦਾ ਨੰਬਰ ਲਿਆ। ਅੱਛਾ, ਉਹਨੂੰ ਆਪਦਾ ਨੰਬਰ ਦਿੱਤਾ, ਉਹਨੂੰ ਕਿਹਾ ਬਾਈ ਤੂੰ ਨੰਬਰ ਇਸ ਤੇ ਫੋਨ ਕਰ ਲਈ, ਤੇਰਾ ਮੋਟਰਸਾਈਕਲ ਤੈਨੂੰ ਵਾਪਸ ਮਿਲ ਜੂਗਾ। ਉਦੋਂ ਬਾਅਦ ਉਹਨੇ ਮੋਟਰਸਾਈਕਲ ਦੇਤਾ, ਉਹ ਲੈ ਕੇ ਮੈਂ ਉੱਥੋਂ ਨਿਕਲ ਗਿਆ। ਨਿਕਲ ਕੇ ਹਰਿਆਣੇ 'ਚ ਹੀ ਆ ਗਿਆ, ਮੋਰਚੇ ਦੇ ਕੋਲ ਹੀ ਬੈਠੇ ਆ। ਦਿੱਲੀ ਪੁਲਿਸ ਕਮਿਸ਼ਨਰ ਦੇ ਵੱਲੋਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਉੱਥੇ ਹੀ ਬੀਤੀ ਰਾਤ ਦੀਪ ਸਿੱਧੂ ਲਾਈਵ ਹੋਏ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਜਾਂਚ ਦੇ ਵਿੱਚ ਜ਼ਰੂਰ ਸ਼ਾਮਿਲ ਹੋਵਾਂਗਾ, ਪਰ ਸੱਚ ਨੂੰ ਸਾਹਮਣੇ ਲਿਆਉਣ ਲਈ ਮੈਨੂੰ ਕੁਝ ਕੁ ਸਮਾਂ ਚਾਹੀਦਾ ਹੈ, ਕਿਉਂਕਿ ਜੋ ਵੀ ਫੈਲਾਇਆ ਗਿਆ ਇਹ ਇੱਕ ਗਲਤ ਜਾਣਕਾਰੀ ਹੈ ਤੇ ਵੱਡੇ ਪੱਧਰ ਤੇ ਲੋਕਾਂ ਨੂੰ ਇਹ ਜਾਣਕਾਰੀ ਗੁੰਮਰਾਹ ਕਰ ਰਹੀ ਹੈ। ਇਸ ਲਈ ਮੈਨੂੰ ਸੱਚਾਈ ਸਾਹਮਣੇ ਲਿਆਉਣ ਲਈ ਕੁਝ ਕੁ ਦਿਨਾਂ ਦੀ ਲੋੜ ਹੈ ਤੇ ਫਿਰ ਮੈਂ ਜਾਂਚ ਦੇ ਵਿੱਚ ਸ਼ਾਮਿਲ ਹੋਵਾਂਗਾ। ਮੈਂ ਜਾਂਚ ਏਜੰਸੀਆਂ ਨੂੰ ਬੇਨਤੀ ਕਰ ਰਿਹਾ, ਹਾਲਾਂਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ, ਇਸ ਲਈ ਨਾ ਮੈਨੂੰ ਭੱਜਣ ਦੀ ਲੋੜ ਹੈ ਤੇ ਨਾ ਹੀ ਡਰਨ ਦੀ, ਕਿਉਂਕਿ ਮੈਂ ਕੁਝ ਗਲਤ ਕੀਤਾ ਹੀ ਨਹੀਂ ਤੇ ਇਹ ਸਾਹਮਣੇ ਜ਼ਰੂਰ ਆਵੇਗਾ। ਉੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਸ ਲਾਈਵ ਦੇ ਵਿੱਚ ਉਹਨਾਂ 25 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਜੋ ਕੁਝ ਵੀ ਹੋਇਆ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ। ਆਓ ਤੁਸੀਂ ਵੀ ਵੇਖੋ ਇਹ ਵੀਡੀਓ। ਸਤਿ ਸ਼੍ਰੀ ਅਕਾਲ ਜੀ, ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਕੁਝ ਗੱਲਾਂ ਅੱਜ ਮੈਨੂੰ ਪਤਾ ਲੱਗੀਆਂ, ਇਸੇ ਕਰਕੇ ਰੂਬਰੂ ਹੋ ਰਹੇ ਆ। ਇੱਕ ਤਾਂ ਮੇਰੇ ਅਰੈਸਟ ਵਾਰੰਟ ਜਾਰੀ ਹੋ ਗਏ ਤੇ ਲੁੱਕਆਊਟ ਨੋਟਿਸ ਵੀ ਜਾਰੀ ਹੋ ਗਿਆ। ਫਰਸਟ ਆਈ ਵਾਂਟ ਟੂ give this message that I will join investigation. I need some time to bring out the truth, because whatever has been spread, it's a false information and it's misleading the public at large. So therefore, I need couple of days to bring out the truth and then I will join investigation. I am requesting the investigation agency, since I have not done anything wrong, so why should I run away and why should I be scared? I'm not scared. I have done nothing wrong and that will come out. ਇਦੋਂ ਬਾਅਦ ਆਪਾਂ ਪੰਜਾਬੀ 'ਚ ਗੱਲ ਕਰਦੇ ਹਾਂ। ਮੇਰੇ ਅਰੈਸਟ ਵਾਰੰਟ ਜਿਹੜੇ ਜਾਰੀ ਹੋਏ ਆ ਉਹਦੇ ਲਈ ਮੈਨੂੰ ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਆ। ਮੇਰਾ ਲੁੱਕਆਊਟ ਨੋਟਿਸ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤਾਂ ਮੈਂ ਇਨਵੈਸਟੀਗੇਸ਼ਨ ਜੁਆਇਨ ਕਰੂੰਗਾ। ਉਹਦੇ 'ਚ ਕੋਈ ਪ੍ਰੋਬਲਮ ਨਹੀਂ ਤੇ ਅਸੀਂ ਡਰੀਏ ਵੀ ਕਿਉਂ? ਜੇ ਅਸੀਂ ਕੁਝ ਗਲਤ ਹੀ ਨਹੀਂ ਕੀਤਾ ਤਾਂ ਅਸੀਂ ਡਰੀਏ ਵੀ ਕਿਉਂ? ਸੋ ਇਸ ਕਰਕੇ ਇਨਵੈਸਟੀਗੇਸ਼ਨ ਏਜੰਸੀਜ਼ ਨੂੰ, ਪੁਲਿਸ ਡਿਪਾਰਟਮੈਂਟ ਨੂੰ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਭਾਲਣ ਵਾਸਤੇ ਘਰੋਂ ਘਰੀ ਜਾਂ ਬੰਦਿਆਂ ਨੂੰ ਬੁਲਾਉਣਾ ਇਹ ਖੇਚਲ ਨਾ ਕਰੋ। ਮੈਂ ਆਪੇ ਹੀ ਤੁਹਾਡੇ ਕੋਲੇ 2 ਦਿਨਾਂ 'ਚ ਆ ਜਾਊਂਗਾ ਤੇ ਆਪਾਂ ਉਦੋਂ ਬਾਅਦ ਜੋ ਇਨਵੈਸਟੀਗੇਸ਼ਨ ਸਟਾਰਟ ਕਰਨੀ ਹੋਈ ਕਰ ਲਾਂਗੇ। ਪਰ ਜਿਸ ਤਰ੍ਹਾਂ ਦੀਆਂ ਅਫਵਾਹਾਂ, ਜਿਸ ਤਰ੍ਹਾਂ ਦੀਆਂ ਗੱਲਾਂ ਫੈਲਾਈਆਂ ਜਾ ਰਹੀਆਂ, ਉਹ ਸਭ ਕੁਝ ਕਿਸੇ ਤੱਥ ਦੇ ਆਧਾਰ ਤੇ ਨਹੀਂ ਆ ਤੇ ਸੱਚਾਈ ਨੂੰ ਸਾਹਮਣੇ ਤੱਥਾਂ ਦੇ ਆਧਾਰ ਤੇ ਰੱਖਣ ਲਈ ਮੈਨੂੰ 2 ਦਿਨ ਚਾਹੀਦੇ ਆ ਤੇ ਉਹ ਮੈਂ ਸਾਰੇ ਆਪਦਾ ਪ੍ਰੂਫ, ਐਵੀਡੈਂਸ ਇਕੱਠਾ ਕਰ ਲੈਣਾ ਤੇ ਮੁੜ ਕੇ ਤੁਹਾਡੇ ਕੋਲੇ ਆਪਾਂ ਬਹਿ ਕੇ ਜੋ ਕਰਨਾ ਹੋਇਆ ਉਸ ਢੰਗ ਨਾਲ ਨਜਿੱਠ ਲਾਂਗੇ। ਸੋ ਜੋ ਕੁਝ ਹੁਣ ਤੁਸੀਂ FIR ਦਰਜ ਕੀਤੀ ਆ, ਕੁਝ ਜਿਹੜੇ ਚਾਰਜਸ ਲਾਏ ਆ ਮੇਰੇ ਤੇ, ਕੋਈ ਨਹੀਂ, ਉਹ ਨਜਿੱਠਾਂਗੇ, ਉਹ ਕੋਈ ਖਾਸ ਗੱਲ ਨਹੀਂ। ਅਗਲੀ ਗੱਲ ਮੈਂ ਇਹ ਕਹਿਣੀ ਸੀ ਵੀ ਉਸ ਦਿਨ ਨੂੰ ਲੈ ਕੇ 25 ਤਰੀਕ ਦੀ ਰਾਤ ਤੋਂ ਲੈ ਕੇ 26 ਤਰੀਕ ਤਾਈਂ ਬੜਾ ਕੁਝ ਕਿਹਾ ਜਾ ਰਿਹਾ, ਬੜੇ ਜਿਹੜੇ ਆਪਾਂ ਕਹੀਏ ਵੀ ਅਫਵਾਹਾਂ ਫਲਾਈਆਂ ਜਾ ਰਹੀਆਂ, ਉਹਨੂੰ ਥੋੜਾ ਜਿਹਾ ਆਪਾਂ ਸਾਰੀਆਂ ਘਟਨਾਵਾਂ ਨੂੰ ਇੱਕ ਤਰਤੀਬ ਜੀ ਦੇ ਦਈਏ। 25 ਤਰੀਕ ਨੂੰ ਰਾਤ ਤੋਂ ਤਰਤੀਬ ਦੇ ਦਈਏ। ਰਾਤ ਨੂੰ ਇੱਕ ਵਾਰੀ ਫੇਰ ਮੈਂ ਇਹ ਗੱਲ ਦੱਸਾਂ, 25 ਤਰੀਕ ਰਾਤ ਨੂੰ ਸਾਡੇ ਨੌਜਵਾਨਾਂ ਨੇ ਸਟੇਜ ਤੋਂ
ਕਿਸਾਨ ਜਥੇਬੰਦੀਆਂ ਦੇ ਖਿਲਾਫ ਆਪਦੀ ਆਵਾਜ਼ ਬੁਲੰਦ ਕੀਤੀ ਵੀ ਤੁਸੀਂ ਜਿਹੜਾ ਰੂਟ ਸਾਨੂੰ ਇੰਨੇ ਦਿਨਾਂ ਤੋਂ ਏਡੀਆਂ ਜਿਹੜੀਆਂ ਵੱਡੀਆਂ ਗੱਲਾਂ ਕਹਿ ਰਹੇ ਸੀ, ਜਿਹੋ ਜਿਹੇ ਗਾਣੇ ਤੁਸੀਂ ਸਟੇਜ ਤੋਂ ਚਲਾਏ ਵੀ ਪੇਚਾ ਪੈ ਗਿਆ ਸੈਂਟਰ ਨਾਲ ਤੇ ਆ ਗਏ ਦਿੱਲੀਏ, ਜਿਹੋ ਜਿਹਾ ਇਤਿਹਾਸ ਪੜਿਆ ਵਘੇਲ ਸਿੰਘ ਦੇ ਵਾਰਸ, ਤੇ ਸਾਡੇ ਲੋਕਾਂ ਦੀ ਇੱਕ ਆਸ ਵੱਜ ਗਈ ਵੀ ਅਸੀਂ ਦਿੱਲੀ ਪਰੇਡ ਕਰਨੀ ਹੈ। ਸੋ ਇਸ ਕਰਕੇ ਨੌਜਵਾਨਾਂ ਨੇ ਉੱਥੇ ਉਹਨਾਂ ਦੇ ਵਿਰੁੱਧ ਇੱਕ ਆਵਾਜ਼ ਬੁਲੰਦ ਕੀਤੀ। ਉੱਥੇ ਗਰਮੋ ਗਰਮੀ ਹੋ ਗਈ, ਕਾਫੀ ਸਾਡੇ ਬੰਦਿਆਂ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਮੈਨੂੰ ਵੀ ਫੋਨ ਆਇਆ, ਕਿਉਂਕਿ ਜਿਹੜੇ ਸਾਡਾ ਯੂਥ ਆ, ਨੌਜਵਾਨ ਆ, ਉਹ ਕਿਤੇ ਨਾ ਕਿਤੇ ਮੇਰੇ ਵੀ ਮਾੜਾ ਮੋਟਾ ਆਖੇ ਲੱਗਦੇ ਆ, ਤਾਂ ਇਸ ਕਰਕੇ ਮੈਂ ਵੀ ਸਟੇਜ ਵੱਲ ਨੂੰ ਗਿਆ। ਜਦੋਂ ਸਟੇਜ ਵੱਲ ਨੂੰ ਗਿਆ ਤਾਂ ਉੱਥੇ ਸਾਡੀਆਂ ਜਿਹੜੀਆਂ ਸਿੱਖ ਸ਼ਖਸੀਅਤਾਂ ਤੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਉਹ ਆਲਰੇਡੀ ਮੌਜੂਦ ਸੀ। ਉਹਨਾਂ ਨੇ ਮੈਨੂੰ ਵੀ ਸਟੇਜ ਤੇ ਚੜਾ ਲਿਆ ਤੇ ਅਸੀਂ ਸਾਂਝੇ ਤੌਰ ਤੇ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸਿਚੁਏਸ਼ਨ ਨੂੰ ਹੈਂਡਲ ਵੀ ਕੀਤਾ। ਉੱਥੇ ਇਹੀ ਗੱਲ ਕਹੀ ਗਈ ਵੀ ਸਾਂਝੇ ਫੈਸਲੇ ਲਓ ਤੇ ਸਾਡੇ ਜਿਹੜੇ ਲੋਕ ਆ ਉਹਨਾਂ ਦੀ ਸਮਝ ਦੇ ਆਧਾਰ ਤੇ ਫੈਸਲੇ ਲਓ, ਕਿਉਂਕਿ ਤੁਸੀਂ ਕੁਝ ਹੋਰ ਮਿਥੀ ਬੈਠੇ ਹੋ, ਲੋਕਾਂ ਦੀ ਸਮਝ ਕੁਝ ਹੋਰ ਆ। ਸੋ ਇਹ ਗੱਲ ਕਈ ਵਾਰੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਆ ਉਹ ਜੀ ਸਿਚੁਏਸ਼ਨ ਪੈਦਾ ਕਰ ਦਿੰਦੀ ਆ। ਉਹ ਗੱਲ ਨਜਿੱਠੀ ਨਹੀਂ ਗਈ। ਅਗਲੇ ਦਿਨ ਸਾਡੇ ਸਾਹਮਣੇ ਆ ਗਈ ਸਾਰੀ ਗੱਲ ਵੀ ਲੋਕ ਆਪ ਮੁਹਾਰੇ। ਪਰ ਜਿਸ ਤਰ੍ਹਾਂ ਅੱਜ ਸਾਰੀ ਇਨਫੋਰਮੇਸ਼ਨ ਦੇਖ ਕੇ ਜਾਂ ਗੱਲਾਂ ਸੁਣ ਕੇ ਲੱਗਦਾ ਵੀ ਉਹ ਇੱਕ ਟਰੈਪ ਵੀ ਸੀ, ਦਿੱਲੀ ਪੁਲਿਸ ਦਾ ਹੋਵੇ, ਸਰਕਾਰ ਦਾ ਹੋਵੇ, ਉਹ ਇੱਕ ਟਰੈਪ ਵੀ ਲੱਗਦਾ ਸੀ। ਕਿਉਂਕਿ ਮੈਂ ਉਦੋਂ 25 ਤਰੀਕ ਰਾਤ ਨੂੰ 7 ਵਜੇ, ਸਵੇਰੇ 7 ਵਜੇ 26 ਹੋ ਗਈ ਸੀ, ਪਹੁੰਚਿਆ ਆਪਦੇ ਟਿਕਾਣੇ ਤੇ। ਮੈਂ ਸੋਚਿਆ 2 ਘੰਟੇ ਸੌਣਾ ਤੇ ਉੱਥੋਂ ਫਿਰ ਤਿਆਰ ਤਿਉਰ ਹੋ ਕੇ ਆਪਾਂ ਮਾਰਚ ਵੱਲ ਨੂੰ ਨਿਕਲ ਜਾਾਂਗੇ। ਹਾਲਾਂਕਿ ਮਾਰਚ 8 ਵਜੇ ਸਵੇਰੇ ਸ਼ੁਰੂ ਹੋ ਰਿਹਾ ਸੀ, ਪਰ ਮੈਂ ਪਹੁੰਚਿਆ ਹੀ 7 ਵਜੇ। ਸਾਰੀ ਰਾਤ ਧਰਨੇ 'ਚ ਉੱਥੇ ਤੇ ਮੁੜ ਕੇ ਕਾਰ ਵੀ ਫਸੀ ਰਹੀ। ਐਨੀਵੇ ਸਵੇਰੇ ਮੈਂ 9:30 ਉੱਠਿਆ, ਨਹਾ ਨੂੰ ਕੇ 11:45 ਆਪਦੇ ਟਿਕਾਣੇ ਤੋਂ ਨਿਕਲਿਆ। ਉੱਥੋਂ ਕਾਰ ਤੇ ਨਿਕਲੇ, ਉਦੋਂ ਤੱਕ ਨਿਕਲਦੇ ਇਹ ਖਬਰ ਆ ਚੁੱਕੀ ਸੀ ਵੀ ਲੋਕ ਆਪ ਮੁਹਾਰੇ ਜਿਹੜੇ ਆ ਉਹ ਰਿੰਗ ਰੋਡ ਨੂੰ ਹੋ ਗਏ ਆ। ਉਹਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾਤੇ ਤੇ ਉਸ ਰੂਟ ਤੇ ਨਹੀਂ ਗਏ ਜਿਹੜਾ ਦਿੱਲੀ ਪੁਲਿਸ ਨੇ ਮਿਥਿਆ ਸੀ ਜਾਂ ਕਿਸਾਨ ਜਥੇਬੰਦੀਆਂ ਨੇ ਇੱਕ ਸਾਂਝਾ ਪ੍ਰੋਗਰਾਮ ਦਿੱਤਾ ਸੀ। ਸੋ ਇਸ ਲਈ ਅਸੀਂ ਵੀ ਉਧਰ ਨੂੰ ਤੁਰ ਪਏ ਤੇ ਪਿੰਡਾਂ ਵਿੱਚ ਦੀ ਹੋ ਪਏ, ਕਿਉਂਕਿ ਮੇਨ ਰੋਡ ਸੀ ਜਿਹੜੀ ਉਹ ਤਾਂ ਬਲੌਕ ਸੀ। ਉੱਥੇ ਤਾਂ ਟਰੈਕਟਰ ਸਾਡੇ ਜਿਹੜੇ ਬੰਦੇ ਬੜੇ ਉੱਥੇ ਉਤਸ਼ਾਹ ਨਾਲ ਇਸ ਰੋਸ ਮਾਰਚ 'ਚ ਆਪਦੀ ਸ਼ਮੂਲੀਅਤ ਕਰ ਰਹੇ ਸੀ। ਉਹ ਆਪ ਹਰ ਪਿੰਡ ਤੋਂ ਜਿਹੜੇ ਸਾਡੇ ਬੰਦੇ ਆਏ ਸੀ। ਸੋ ਪਿੰਡਾਂ ਵਿੱਚ ਦੀ ਹੋ ਤੁਰੇ, ਪਿੰਡਾਂ ਵਿੱਚ ਦੀ ਨਿਕਲ ਕੇ ਅਸੀਂ ਜਮਾਂ ਉਸ ਥਾਂ ਤੇ ਗਏ ਜਿੱਥੇ ਬੈਰੀਕੇਡਿੰਗ ਪਹਿਲਾਂ ਟੁੱਟੀ ਸੀ, ਉਹ ਤਾਂ ਤੋੜ ਰੱਖੀ ਸੀ। ਉੱਥੋਂ ਤਾਂ ਲੋਕ ਅੱਗੇ ਨੂੰ ਹੋ ਗਏ। ਅੱਗੇ ਇੱਕ ਥਾਂ ਤੇ ਪੁਲਿਸ ਵਾਲੇ ਟ੍ਰੈਫਿਕ ਰੋਕੀ ਖੜੇ ਸੀ, ਕਾਫੀ ਟਰੈਕਟਰ, ਕਾਰਾਂ, ਤੇ ਸਾਡੀ ਕਾਰ ਵੀ ਉਹਦੇ 'ਚ ਰੁਕੀ ਰਹੀ। ਪਰ ਐਨੀਵੇਜ਼ ਥੋੜੀ ਦੇਰ ਜਦੋਜਹਿਦ ਤੋਂ ਬਾਅਦ ਕੁਝ ਨਹੀਂ ਹੋਇਆ, ਕਿਉਂਕਿ ਉਹ ਬੈਰੀਕੇਡਿੰਗ ਪਹਿਲਾਂ ਹੀ ਟੁੱਟ ਚੁੱਕੀ ਸੀ ਤੇ ਬੜੀ ਕਮਜ਼ੋਰ ਜੀਆਂ ਬੈਰੀਕੇਡਿੰਗ ਸੀ, ਹਨਾ। ਕੁਝ ਨਹੀਂ ਹੋਇਆ। ਉਹਨਾਂ ਨੇ ਕੀਤਾ ਕਿ ਇੱਕ ਟਰੈਕਟਰ ਤੇ ਕਾਰ ਲੰਘਾਉਣੀ ਸ਼ੁਰੂ ਕਰਤੀ ਤੇ ਅਸੀਂ ਵੀ ਉੱਥੋਂ ਨਿਕਲ ਕੇ ਜਮਾਂ ਲਾਲ ਕਿਲੇ ਦੇ ਕੋਲੇ ਪਹੁੰਚ ਗਏ। ਉਦੋਂ ਰਾਹ 'ਚ ਕੁਝ ਨਹੀਂ ਮਿਲਿਆ, ਲੋਕ ਹੀ ਲੋਕ ਸੀ। ਲਾਲ ਕਿਲੇ ਦੇ ਕੋਲੇ ਜਦੋਂ ਪਹੁੰਚੇ, ਅੱਧੇ ਰਾਹ 'ਚ ਗੱਡੀ ਗਈ। ਜਾਂਦੇ ਗੱਡੀ 'ਚ ਹੀ ਇੱਕ ਜਿਹੜਾ ਬੰਦਾ ਆਪਣਾ ਕੋਈ ਸੰਘਰਸ਼ੀ ਨਿਸ਼ਾਨ ਸਾਹਿਬ ਲਈ ਜਾਂਦਾ ਸੀ, ਉਹਦੇ ਕੋਲੇ ਮੈਂ ਗੱਡੀ ਰੋਕੀ। ਮੈਂ ਉਹਨੂੰ ਕਿਹਾ, ਬਾਈ ਜੀ ਮੇਰੇ ਕੋਲੇ ਜਿਹੜਾ ਨਿਸ਼ਾਨ ਸਾਹਿਬ ਆ, ਪਰ ਤੁਹਾਡੇ ਕੋਲੇ ਇਹਦੇ ਨਾਲ ਜਿਹੜਾ ਪੂਰਾ ਝੰਡਾ ਤੇ ਇਹ ਤੁਸੀਂ ਮੈਨੂੰ ਦੇ ਦਿਓ, ਤੁਸੀਂ ਆਹ ਫੜ ਲਓ ਯਾਰ ਇਹਨੂੰ, ਇਹਦੇ 'ਚ ਮੁੜ ਕੇ ਡੰਡਾ ਪਾ ਲਿਓ। ਸੋ ਇਹ ਗੱਲ ਹੋਈ। ਉਹ ਬੰਦੇ ਨੇ ਸਾਡੇ ਜਿਹੜੇ ਉਹਨੇ ਮੈਨੂੰ ਪਛਾਣਿਆ ਵੀ ਤੇ ਕਹਿੰਦਾ ਨਹੀਂ ਬਾਈ ਤੂੰ ਲੈ ਜਾ। ਸੋ ਕੋਈ ਪਲੈਨਿੰਗ ਨਹੀਂ ਸੀ, ਸਿਰਫ ਇਹ ਪਲੈਨਿੰਗ ਸੀ ਵੀ ਚਲੋ ਹੁਣ ਜੇ ਸੰਗਤ ਲਾਲ ਕਿਲੇ ਨੂੰ ਗਈ ਆ ਤਾਂ ਸੰਗਤ ਨੂੰ ਜਾਣਾ, ਜੁਆਇਨ ਕਰਨਾ। ਆਪਦੇ ਲੋਕਾਂ ਦਾ ਤਾਂ ਫਿਕਰ ਸਾਡੇ ਸਾਰਿਆਂ 'ਚ ਹੀ ਆ। ਅਸੀਂ ਇੱਕ ਦੂਜੇ ਤੇ ਤੌਹਮਤਾਂ ਲਾਈ ਜਾਂਦੇ ਆ। ਦੀਪ ਸਿੱਧੂ ਨੇ ਪਲਾਨ ਕਰਤਾ, ਦੀਪ ਸਿੱਧੂ ਨੇ ਪਤਾ ਨਹੀਂ ਕਿਹਦੇ ਨਾਲ ਇਹ ਗੱਲਾਂ ਪਲਾਨ ਕੀਤੀਆਂ, ਪਰ ਇਹੋ ਜੀ ਕੋਈ ਗੱਲ ਨਹੀਂ ਸੀ। ਐਨੀਵੇਜ਼ ਲਾਲ ਕਿਲੇ 'ਚ ਜਦੋਂ ਮੈਂ ਨਿਸ਼ਾਨ ਸਾਹਿਬ ਲੈ ਕੇ ਉਹ ਸੰਘਰਸ਼ੀ ਬੰਦੇ ਤੋਂ ਕਾਰ 'ਚੋਂ ਉਤਰਿਆ ਤੇ ਮੈਂ ਫਿਰ ਉਦੋਂ ਬਾਅਦ ਤੁਰ ਕੇ ਅੰਦਰ ਗੇਟ ਥਾਣੀ ਦੀ ਵੜਿਆ। ਜਦੋਂ ਗੇਟ ਥਾਣੀ ਦੀ ਵੜਿਆ ਤਾਂ ਉੱਥੇ ਹਜ਼ਾਰਾਂ ਲੋਕ ਸੀ, ਔਰ ਜਿਹੜਾ ਅੰਦਰ ਉੱਤੇ ਚੜ੍ਹਨ ਵਾਸਤੇ ਦਰਵਾਜ਼ਾ ਸੀ ਉਹ ਵੀ ਉਦੋਂ ਹੀ ਟੁੱਟਿਆ ਸੀ। ਲੋਕਾਂ ਨੇ ਮੈਨੂੰ ਦੇਖਿਆ, ਪਛਾਣਿਆ ਤੇ ਮੈਨੂੰ ਕਹਿੰਦੇ ਬਾਈ ਜੀ ਤੁਸੀਂ ਵੀ ਚੱਲੋ। ਅੱਛਾ, ਅਸੀਂ ਤੇਜ਼ੀ ਨਾਲ ਅੱਗੇ ਵੱਲ ਨੂੰ ਵਧੇ। ਜਦੋਂ ਅਸੀਂ ਉੱਤੇ ਗਏ ਉਦੋਂ ਇੱਕ ਖਾਲੀ ਜਿਹੜੀ ਝੰਡੇ ਵਾਲੀ ਪੋਸਟ ਸੀ, ਖਾਲੀ, ਉਹਦੇ ਤੇ ਤਿਰੰਗਾ ਨਹੀਂ ਸੀ। ਅਸੀਂ ਤਿਰੰਗਾ ਨਹੀਂ ਲਾਇਆ। ਉੱਥੇ ਸਾਡਾ ਜਿਹੜਾ ਬੰਦਾ ਸੀ ਉਹ ਆਲਰੇਡੀ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹਨੇ ਉੱਤੇ ਚੜ੍ਹ ਕੇ ਡੈਫੀਨੇਟਲੀ ਫਿਰ ਤਾਂ ਜਿਹੜਾ ਜਾਹੋ ਜਲਾਲ ਸੀ, ਮੇਰੇ ਲਾਈਫ 'ਚ ਵੀ ਦੇਖ ਸਕਦੇ ਹੋ, ਮੇਰੀਆਂ ਅੱਖਾਂ 'ਚ ਵੀ ਦੇਖ ਸਕਦੇ ਹੋ। ਅਸੀਂ ਤਾਂ
ਦੇਖੋ ਕਿਹੜੀ ਕਿਤਾਬ 'ਚ ਲਿਖਿਆ ਵੀ ਖਾਲੀ ਪੋਸਟ ਤੇ ਅਸੀਂ ਨਿਸ਼ਾਨ ਸਾਹਿਬ ਜਾਂ ਕਿਸਾਨੀ ਦਾ ਝੰਡਾ ਸਿਰਫ ਸੰਕੇਤਕ ਤੌਰ ਤੇ ਨਹੀਂ ਲਾ ਸਕਦੇ। ਇਹ ਤਾਂ ਕਿਸੇ ਕਿਤਾਬ 'ਚ ਕੋਈ ਜੁਰਮ ਨਹੀਂ ਆ। ਸੋ ਅਸੀਂ ਸੰਕੇਤਕ ਤੌਰ ਤੇ ਆਪਦਾ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਉੱਥੇ ਸਾਡੇ ਬੰਦਿਆਂ ਨੇ ਲਾਇਆ, ਬੜੇ ਸ਼ਾਂਤਮਈ ਢੰਗ ਨਾਲ, ਬੜੇ ਜਾਬਤੇ 'ਚ ਰਹਿ ਕੇ ਲਾਇਆ। ਇਨਫੈਕਟ ਜਿਹੜੇ ਪੁਲਿਸ ਵਾਲੇ ਸੀ ਉਹ ਸਾਡੀ ਤਾਰੀਫ ਕਰ ਰਹੇ ਸੀ ਵੀ ਯਾਰ ਤੁਸੀਂ ਬੰਦੇ ਵਾਕਈ ਠੀਕ ਹੋ, ਤੁਸੀਂ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਇਹ ਹੁੱਲੜਬਾਜ਼ੀ ਨਹੀਂ ਕਰ ਰਹੇ, ਉਦਮ ਨਹੀਂ ਮਚਾ ਰਹੇ। ਇਦੋਂ ਬਾਅਦ ਜਦੋਂ ਉਹ ਲਾਇਆ, ਸਾਡਾ ਜਿਹੜਾ ਬੰਦਾ ਉਤਰਿਆ ਤੇ ਉਹਨੂੰ ਤੇ ਮੈਨੂੰ ਜਿਹੜੇ ਸਾਡੀ ਸੰਗਤ ਸੀ, ਲੋਕ ਸੀ, ਉਹ ਥੱਲੇ ਲੈ ਗਏ। ਥੱਲੇ ਜਦੋਂ ਗਏ ਅਸੀਂ ਤੇ ਉਤਸ਼ਾਹ ਇੰਨਾ ਸੀ ਲੋਕਾਂ 'ਚ, ਸੰਗਤ 'ਚ, ਵੀ ਹਰ ਬੰਦਾ ਖੁਸ਼ ਤੇ ਜਕਾਰੇ ਲੱਗ ਰਹੇ ਆ। ਸਾਨੂੰ ਟਰੈਕਟਰ ਤੇ ਚੜਾਤਾ ਤੇ ਮੈਨੂੰ ਕਹਿੰਦੇ ਬਾਈ ਕੁਝ ਬੋਲੋ, ਤੇ ਜਿਹੜੀ ਤੁਸੀਂ ਜੋ ਵੀ ਬੋਲਿਆ ਗਿਆ ਉੱਥੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜਾਂ ਆਪਾਂ ਹੋਰ ਜਿਹੜੀਆਂ ਗੱਲਾਂ ਕੀਤੀਆਂ ਉਹ ਵੀਡੀਓ ਵੀ ਤੁਸੀਂ ਦੇਖ ਲਈ ਆ। ਸੋ ਇਹ ਸੀਕੁਐਂਸ ਆਫ ਇਵੈਂਟਸ ਆ, ਮੈਂ ਤੁਹਾਨੂੰ ਦੇ ਰਿਹਾ, ਹਰ ਕੜੀ ਦੇ ਰਿਹਾ। ਇਹਦੇ 'ਚ ਇੱਕ ਵੀ ਗੱਲ ਕੁਝ ਗਲਤ ਹੋਈ ਤਾਂ ਕੋਈ ਵੀ ਬੰਦਾ ਜਿਹੜਾ ਉੱਥੇ ਮੌਜੂਦ ਸੀ, ਜਿਹੜੀਆਂ ਰੂਹਾਂ ਉੱਥੇ ਮੌਜੂਦ ਸੀ, ਉਹ ਇਹਨਾਂ ਨੂੰ ਕੜੀਆਂ ਨੂੰ ਗਲਤ ਕਹਿ ਦੇਣ। ਅਗਲੀ ਗੱਲ ਜਿਹੜੀ ਇਦੋਂ ਬਾਅਦ ਹੋਈ, ਜਦੋਂ ਅਸੀਂ ਟਰੈਕਟਰ ਤੋਂ ਬੋਲ ਰਹੇ ਸੀ ਤਾਂ ਇੱਕ ਹੋਰ ਸਾਡਾ ਨੌਜਵਾਨ ਮੇਰੇ ਕੋਲੇ ਆਇਆ। ਉਹ ਕਹਿੰਦਾ ਬਾਈ ਸਾਡੇ ਜਿਹੜੇ ਬੰਦੇ ਆ ਉੱਤੋਂ ਥੱਲੇ ਨਹੀਂ ਆ ਰਹੇ ਤੇ ਇਹੀ ਟਾਈਮ ਆ ਮੌਕਾ ਸੰਭਾਲਣ ਦਾ ਤੇ ਆਪਾਂ ਜਾਈਏ, ਮਹਾਰਾਜ ਨੇ ਬਹੁਤ ਮਿਹਰ ਕਰਤੀ ਆ। ਅਸੀਂ ਫੇਰ ਉੱਤੇ ਵੱਲ ਨੂੰ ਭੱਜੇ। ਜਿਹੜੇ ਕਹਿੰਦੇ ਆ ਵੀ ਦੀਪ ਸਿੱਧੂ ਉੱਥੋਂ ਚਲਾ ਗਿਆ ਸੀ, ਨਹੀਂ, ਥੱਲੋਂ ਉੱਤੋਂ ਉਤਰ ਕੇ ਪਹਿਲਾਂ ਆਏ ਟਰੈਕਟਰ ਤੇ ਅਸੀਂ 2 ਲਫ਼ਜ਼ ਬੋਲੇ, ਉਦੋਂ ਬਾਅਦ ਫੇਰ ਉੱਤੇ ਗਏ। ਉੱਤੇ ਜਾ ਕੇ ਲਿਟਰਲੀ ਹੱਥ ਜੋੜੇ ਵੀ ਬਾਈ ਜੀ ਆ ਜਾਓ ਥੱਲੇ, ਆਪਾਂ ਥੱਲੇ ਬਹਿਣਾ, ਆ ਜਾਓ ਥੱਲੇ, ਸਾਡੇ ਆਗੂਆਂ ਦਾ ਹੁਕਮ ਆ, ਪੰਥ ਦਾ ਹੁਕਮ ਆ, ਤੁਸੀਂ ਥੱਲੇ ਆਓ, ਆਪਾਂ ਆਪਦੇ ਜਾਬਤੇ 'ਚ ਰਹਿਣਾ, ਸ਼ਾਂਤਮਈ ਰਹਿਣਾ ਤੇ ਥੱਲੇ ਆਓ। ਆਪਾਂ ਕੋਈ ਇਹੋ ਜੀ ਗੱਲ ਨਹੀਂ ਕਰਨੀ ਜਿਹਦੇ ਨਾਲ ਸਰਕਾਰ ਨੂੰ ਕੋਈ ਮੌਕਾ ਮਿਲੇ ਤੇ ਸਰਕਾਰ ਸਾਡੇ ਤੇ ਮੁੜ ਕੇ ਤੌਹਮਤਾਂ ਲਾਵੇ ਜਾਂ ਸਵਾਲ ਚੱਕੇ। ਅਸੀਂ ਬੰਦਿਆਂ ਨੂੰ ਥੱਲੇ ਵੀ ਤਾਰਿਆ। ਉੱਥੇ ਦਿੱਲੀ ਪੁਲਿਸ ਦੇ 2 IPS ਆਫੀਸਰ ਸੀ ਜਿਨ੍ਹਾਂ ਨੂੰ ਮੈਂ ਰਿਕੁਐਸਟ ਕੀਤੀ ਵੀ ਤੁਹਾਡੇ ਕਹੇ ਨਹੀਂ ਆਉਣਾ, ਮੈਂ ਰਿਕੁਐਸਟ ਕਰਦਾ। ਉਦੋਂ ਜਦੋਂ ਮੈਂ ਰਿਕੁਐਸਟ ਕੀਤੀ ਸਾਡੇ ਬੰਦਿਆਂ ਨੂੰ ਤੇ ਉਹ ਵਾਕਈ ਉੱਥੋਂ ਥੱਲੇ ਆਉਣਾ ਸ਼ੁਰੂ ਹੋ ਗਏ। ਤੇ ਉਹਨਾਂ ਆਫੀਸਰਸ ਨੇ ਦਿੱਲੀ ਪੁਲਿਸ ਦੇ ਮੈਨੂੰ ਇਹ ਗੱਲ ਵੀ ਕਹੀ ਵੀ ਥੈਂਕ ਯੂ ਵੈਰੀ ਮੱਚ, ਆਪ ਇनको वक्त नीचे लेके जा रहे हैं। उस बाद कुछ बंदे ने मैनू कहा भाई तुसीं भी आ जाओ क्योंकि थोड़े नाल ये सारे तुर पैणगे। मैं उस बाद उत्थों थल्ले नूं चाले पाते, नाल होर भी जिहड़े साडे बंदे सी, जिहड़े साडे संघर्षी उत्थे ही मुंडे मिले सी, वो भी आ गए। थल्ले नूं आउंदे आउंदे एक होर इन्फॉर्मेशन मिली भी गोली चल गई ते साडे 3 बंदे मर गए, जो कि बिल्कुल झूठ सी। असीं वो भी उत्थे ही खड़े हो के कन्फर्म किया, कुछ इहो जी गल नहीं हुई, सिर्फ ये अफवाह फैलाई गई तो लोगों ने भजना शुरू करता। उन्होंने भी रोकया सी भी भजो ना, कुछ नहीं होया। अच्छा, रोक के उस बाद असीं बाहर नूं तुरना शुरू करता किले नूं, ते 3-4 किलोमीटर मैं विच दी तुर के लाल किले तो बाहर गया। उस बाद सानू एक स्विफ्ट कार मिली है, दिल्ली दे साडे बंदे सी, उन्होंने मैनू साडे जिहड़ा मोर्चा ਸਿੰਘੂ मोर्चे तो पहला ਸਿੰਘੂ मोर्चे तो उत्थे छड्डिया। उत्थों फिर ਸਾਡੇ ਆਪਦੇ ਹੀ ਮੋਰਚੇ 'ਚ ਆਏ ਹੋਏ ਹੋਰ ਕੋਈ ਬੰਦੇ ਮਿਲ ਗਏ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਸੀ, ਬਾਕੀ ਉੱਥੇ ਮਿਲ ਗਏ। ਉਹਨਾਂ ਦੇ ਨਾਲ ਉਹਨਾਂ ਦੀ ਕਾਰ 'ਚ ਬਹਿ ਕੇ, ਸਕਾਰਪੀਓ 'ਚ ਬਹਿ ਕੇ ਉੱਥੋਂ ਸੁਖਦੇਵ ਵਾਲੇ ਢਾਬੇ ਤੇ ਗਏ। ਸੁਖਦੇਵ ਵਾਲੇ ਢਾਬੇ ਤੋਂ ਉਹ ਵੀ ਪਿੰਡਾਂ ਵਿੱਚ ਦੀ ਬਾਹਰ ਦੀ ਗਏ ਕਿਉਂਕਿ ਵਿੱਚ ਦੀ ਜਾਣਾ ਤਾਂ ਪੋਸੀਬਲ ਹੀ ਨਹੀਂ ਸੀ। ਅੱਛਾ, ਸੁਖਦੇਵ ਦੇ ਢਾਬੇ ਤੇ ਜਾ ਕੇ ਟਰੈਕਟਰ ਤੇ ਬਹਿ ਕੇ ਲਾਈਵ ਕੀਤਾ। ਉਹ ਹਿੰਦੀ 'ਚ ਇਸ ਕਰਕੇ ਕੀਤਾ ਕਿਉਂਕਿ ਸਾਡਾ ਜਿਹੜਾ ਨੈਸ਼ਨਲ ਮੀਡੀਆ ਉਦੋਂ ਤੱਕ ਮੈਨੂੰ ਖਬਰ ਮਿਲੀ ਵੀ ਉਹ ਅਫਵਾਹਾਂ ਫੈਲਾ ਰਿਹਾ ਤੇ ਉਹ ਡਿਵੀਜ਼ਨ ਕ੍ਰੀਏਟ ਕਰ ਰਿਹਾ ਤੇ ਬੜੀ ਨਫ਼ਰਤ ਫੈਲਾਈ ਜਾ ਰਹੀ ਆ। ਇਸ ਕਰਕੇ ਉਹਨਾਂ ਨੂੰ ਹਿੰਦੀ 'ਚ ਐਡਰੈਸ ਕੀਤਾ। ਉੱਥੇ ਹੀ ਫਿਰ ਉਹ ਘਟਨਾ ਵਾਪਰੀ ਜਿੱਥੋਂ ਕਿਸੇ ਖਾਸ ਕਿਸਾਨ ਯੂਨੀਅਨ ਦੇ 2 ਬੰਦੇ ਪਹਿਲਾਂ ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਤੂੰ ਹਿੰਸਾ ਭੜਕਾਈ ਆ। ਮੈਂ ਉਹਨਾਂ ਨੂੰ ਕਿਹਾ ਬਾਈ ਮੈਂ ਕੋਈ ਹਿੰਸਾ ਨਹੀਂ ਭੜਕਾਈ। ਨਹੀਂ ਇਹਨੂੰ ਫੜੋ। 2 ਬੰਦੇ ਹੋਰ ਨਾਲ ਜੁੜ ਗਏ ਤੇ ਫਿਰ ਜਿਹੜੇ ਇੱਧਰਲੇ ਪਾਸੇ ਜਿਨ੍ਹਾਂ ਤੋਂ ਮੈਂ ਪੁੱਛਿਆ ਮੇਰੇ ਵੀਡੀਓ 'ਚ ਵੀ ਬਾਈ ਤੁਹਾਡੇ ਕੋਲੇ ਕੋਈ ਹਥਿਆਰ ਸੀ, ਤੁਸੀਂ ਉਹ ਵੀਡੀਓ 'ਚ ਦੇਖਿਓ, ਤੁਹਾਡੇ ਕੋਲੇ ਤਾਂ ਇਕੱਲੇ ਹੱਥ ਹੀ ਸੀ ਨਾ। ਤਾਂ ਉਹਨਾਂ ਨੇ ਕਿਹਾ ਨਹੀਂ ਕੋਈ ਹਥਿਆਰ ਨਹੀਂ ਸੀ ਜੀ, ਹੱਥ ਆ ਸਾਡੇ ਕੋਲੇ ਤਾਂ ਟਰੈਕਟਰ ਆ। ਸੋ ਇਹ ਵੀ ਤੁਸੀਂ ਉਸ ਵੀਡੀਓ 'ਚ ਦੇਖ ਸਕਦੇ ਹੋ। ਉਹਨਾਂ ਨੇ ਹੀ ਮੈਨੂੰ ਕਿਹਾ ਬਾਈ ਤੂੰ ਇੱਥੋਂ ਨਿਕਲ ਜਾ। ਜਦੋਂ ਮੈਂ ਉੱਥੋਂ ਨਿਕਲਿਆ ਤੇ ਮੈਨੂੰ ਉਹ ਕਿਹਾ ਬਾਈ ਤੂੰ ਜਲਦੀ ਨਿਕਲ ਜਾ ਇੱਥੋਂ। ਫਿਰ ਇੱਕ ਜਿਹੜਾ ਉੱਥੇ ਕੋਈ ਸਾਡਾ ਕਿਸਾਨ ਮੋਰਚੇ 'ਚ ਹੀ ਆਇਆ ਹੋਇਆ ਬੰਦਾ ਸੀ, ਉਹਦਾ ਮੋਟਰਸਾਈਕਲ ਫੜਿਆ, ਉਹਦਾ ਪਿਆਰ ਨਾਲ ਮੋਟਰਸਾਈਕਲ ਫੜਿਆ, ਉਹਦਾ ਨੰਬਰ ਲਿਆ। ਅੱਛਾ, ਉਹਨੂੰ ਆਪਦਾ ਨੰਬਰ ਦਿੱਤਾ, ਉਹਨੂੰ ਕਿਹਾ ਬਾਈ ਤੂੰ ਨੰਬਰ ਇਸ ਤੇ ਫੋਨ ਕਰ ਲਈ, ਤੇਰਾ ਮੋਟਰਸਾਈਕਲ ਤੈਨੂੰ ਵਾਪਸ ਮਿਲ ਜੂਗਾ। ਉਦੋਂ ਬਾਅਦ
ਉਹਨੇ ਮੋਟਰਸਾਈਕਲ ਦੇਤਾ, ਉਹ ਲੈ ਕੇ ਮੈਂ ਉੱਥੋਂ ਨਿਕਲ ਗਿਆ, ਨਿਕਲ ਕੇ ਹਰਿਆਣੇ 'ਚ ਹੀ ਆ ਗਿਆ, ਮੋਰਚੇ ਦੇ ਕੋਲ ਹੀ ਬੈਠੇ ਆ। ਉਹਦਾ ਮੋਟਰਸਾਈਕਲ ਵਾਪਸ ਸੁਖਦੇਵ ਢਾਬੇ ਤੇ ਪਹੁੰਚਾਤਾ ਤੇ ਉਹ ਬੰਦੇ ਨੂੰ ਉਹਦਾ ਮੋਟਰਸਾਈਕਲ ਮਿਲ ਗਿਆ। ਉਦੋਂ ਬਾਅਦ ਜੋ ਮੇਰੇ ਖਿਲਾਫ ਪ੍ਰਚਾਰ ਹੋਇਆ ਹਰ ਕਿਸੇ ਨੇ ਰਲ ਕੇ, ਜੇ ਕਿਤੇ ਸਾਡੇ ਆਗੂ ਉਸ ਗੱਲ ਨੂੰ, ਮੇਰੀ ਵੀਡੀਓ ਸੁਣਿਓ ਟਰੈਕਟਰ ਤੇ ਜਿਹੜੀ ਖੜ ਕੇ ਪਾਈ ਹੋਈ ਆ ਉਹ ਸੁਣਿਓ, ਉਹਦੇ 'ਚ ਇਹ ਗੱਲ ਦੱਸੀ ਮੈਂ ਵੀ ਆਗੂਆਂ ਨੂੰ ਬੇਨਤੀ ਆ ਜਾਓ, ਤੁਹਾਡੀ ਅਗਵਾਈ 'ਚ ਹੀ ਲੜ ਰਹੇ ਆ, ਫੈਸਲਾ ਲਓ। ਜੇ ਕਿਤੇ ਉੱਥੇ ਸਟੈਂਡ ਲੈ ਲੈਂਦੇ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ। ਚਲੋ ਨਹੀਂ ਹੋਈ, ਪਰ ਸਾਨੂੰ ਇੱਕ ਦੂਜੇ ਨੂੰ ਨਿੰਦਣਾ ਨਹੀਂ ਚਾਹੀਦਾ, ਤੌਹਮਤਾਂ ਨਹੀਂ ਲਾਉਣੀਆਂ ਚਾਹੀਦੀਆਂ। ਕੱਲ ਮੈਂ ਜਿਹੜੀ ਵੀਡੀਓ ਪਾਈ ਆ ਉਹਦੇ 'ਚ ਵਾਕਈ ਕਈ ਵਾਰੀ ਇਹ ਗੱਲ ਹੋ ਜਾਂਦੀ ਆ ਵੀ ਮੈਂ ਜਜ਼ਬਾਤੀ ਬੰਦਾ, ਤੇ ਉਹਦੇ 'ਚ ਕਈਆਂ ਨੂੰ ਇਹ ਲੱਗਿਆ ਵੀ ਮੈਂ ਧਮਕੀ ਦਿੱਤੀ। ਨਹੀਂ, ਮੈਂ ਕੋਈ ਧਮਕੀ ਨਹੀਂ ਦਿੱਤੀ। ਮੇਰੇ ਅੰਦਰ ਜਿਹੜਾ ਦਰਦ ਸੀ ਉਹ ਛਲਕਿਆ, ਉਹ ਕਿਤੇ ਨਾ ਕਿਤੇ ਝਲਕਿਆ ਵੀ। ਸੋ ਇਸ ਕਰਕੇ ਉਹ ਗੱਲਾਂ ਕਹੀਆਂ। ਅੱਜ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇੱਕ ਤਾਂ ਸੰਗਤ ਨੂੰ ਬੇਨਤੀ ਆ ਵੀ ਮੋਰਚਾ ਛੱਡ ਕੇ ਨਾ ਜਾਓ, ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਤੇ ਆਗੂਆਂ ਨੂੰ ਬੇਨਤੀ ਆ, ਹਜੇ ਵੀ ਟਾਈਮ ਆ, ਆਪਾਂ ਏਕੇ ਦਾ ਸੁਨੇਹਾ ਦਈਏ, ਏਕੇ ਦਾ ਸੱਦਾ ਦਈਏ, ਸਾਰੇ ਰਲ ਮਿਲ ਕੇ ਲੜੀਏ। ਕਿਉਂਕਿ ਸਾਨੂੰ ਜਿਸ ਤਰ੍ਹਾਂ ਦੀ ਹੁਣ ਉੱਥੇ ਹਾਲਾਤ ਬਣ ਰਹੇ ਆ, ਉਹਨਾਂ ਹਾਲਾਤਾਂ ਨੂੰ ਸਮਝਦੇ ਹੋਏ ਸਾਡੇ ਬਜ਼ੁਰਗਾਂ ਨੂੰ, ਸਾਡੀਆਂ ਮਾਤਾਵਾਂ, ਬੀਬੀਆਂ ਨੂੰ, ਭੈਣਾਂ ਨੂੰ ਤੇ ਬੱਚਿਆਂ ਨੂੰ ਹਿਫਾਜ਼ਤ ਦੇਣੀ ਪਊਗੀ, ਉਹਨਾਂ ਦੀ ਹਿਫਾਜ਼ਤ ਕਰਨੀ ਪਊਗੀ। ਤੁਸੀਂ ਵੇਖ ਲਓ, ਉਦੋਂ ਜੇ ਇਸ ਗੱਲ ਨੂੰ ਸਮਝੀਏ, ਇਦੋਂ ਜ਼ਿਆਦਾ ਤਾਂ ਸਰਕਾਰ ਨੇ ਬੈਰੀਕੇਟਿੰਗ ਜਿਹੜੀ ਕੀਤੀ ਸੀ ਉਹ ਉਦੋਂ ਹੀ ਕੀਤੀ ਸੀ ਜਿੱਦੇ ਅਸੀਂ 26 ਨਵੰਬਰ ਨੂੰ ਪੰਜਾਬ ਤੋਂ ਤੁਰ ਕੇ ਦਿੱਲੀ ਗਏ ਆ। ਉਹ ਜਿੱਦੇ ਅਸੀਂ ਹੁਣ 26 ਜਨਵਰੀ ਨੂੰ ਗਏ, ਉਹ ਤਾਂ ਬੜਾ ਹੀ ਹਲਕਾ ਜਿਹਾ ਕੰਮ ਸੀ, ਕੋਈ ਏਡੀ ਖਾਸ ਗੱਲ ਹੋਈ ਨਹੀਂ ਉੱਥੇ। ਤੇ ਬੰਦਿਆਂ ਨੇ ਉੱਥੋਂ ਆਈ ਲੰਘ ਗਏ, ਜਿਵੇਂ ਹਰ ਕੋਈ ਕਿਸੇ ਤੋਂ ਵੀ ਪੁੱਛ ਕੇ ਦੇਖ ਲਓ, ਹਰ ਬੰਦਾ ਹੁਣ ਇਹੀ ਸੋਚ ਰਿਹਾ ਵੀ ਇਹ ਤਾਂ ਕੋਈ ਟ੍ਰੈਪ ਸੀ, ਤਾਂ ਕਿ ਸਾਡੇ ਤੇ ਤੌਹਮਤਾਂ ਲਾ ਸਕਣ, ਸਾਡੇ ਤੇ ਉਂਗਲਾਂ ਚੱਕ ਸਕਣ। ਸੋ ਜਿਹੜੀਆਂ ਗੱਲਾਂ ਆਪਾਂ ਹੁਣ ਕਰਨੀਆਂ ਉਹ ਇਹ ਆ ਵੀ ਇਕੱਠੇ ਰਲ ਮਿਲ ਕੇ ਬੈਠੀਏ, ਏਕੇ ਦਾ ਸੁਨੇਹਾ ਦਈਏ। ਹਜੇ ਵੀ ਟਾਈਮ ਆ, ਸਾਡਾ ਏਕਾ ਹੀ ਸਾਡੀ ਤਾਕਤ ਆ। ਅਸੀਂ ਜਿਹੜੇ ਸਿਸਟਮ ਨਾਲ, ਜਿਹੜੇ ਨਿਊ ਵਰਲਡ ਆਰਡਰ ਨਾਲ ਲੜ ਰਹੇ ਆ, ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਆ। ਹਜੇ ਵੀ ਇਸ ਗੱਲ ਨੂੰ ਸਮਝੀਏ। ਮੇਰੀ ਆਗੂਆਂ ਨੂੰ ਇਹੀ ਅਰਜ਼ ਆ ਵੀ ਅਸੀਂ ਆਪਦੀਆਂ ਕੋਈ ਗਲਤ ਫੈਸਲੇ ਜਾਂ ਮੰਨ ਲਓ ਕੋਈ ਕਿਸੇ ਤਰ੍ਹਾਂ ਦੀ ਅੰਦਰ ਜਿਹੜੀ ਵਖਰੇਵੇਂ ਆ, ਉਹਨਾਂ ਨੂੰ ਕਵਰ ਕਰਨ ਲਈ ਜਿਹੜਾ ਬਲੇਮ ਗੇਮ ਹੁੰਦੀ ਆ ਨਾ ਵੀ ਇੱਕ ਬੰਦੇ ਦੇ ਸਿਰ ਤੇ ਸਭ ਕੁਝ ਮੜ ਦੋ, ਉਹ ਨਾ ਲਾਈਏ। ਅਸੀਂ ਏਕਾ ਬਣਾਈ ਰੱਖੀਏ, ਏਕੇ ਦਾ ਸੱਦਾ ਦਈਏ, ਏਕੇ ਦਾ ਸੱਦਾ ਦਿਓ। ਅਸੀਂ ਸਾਰੇ ਰਲ ਮਿਲ ਕੇ ਬਹਿਨੇ ਆ। ਤੇ ਹੁਣ ਮੋਰਚੇ ਦਾ ਉਹ ਪੜਾ ਵੀ ਜਿੱਥੇ ਜੇ ਅਸੀਂ ਏਕਾ ਨਾ ਬਣਾ ਕੇ ਰੱਖਿਆ ਤੇ ਸੱਦਾ ਨਾ ਦਿੱਤਾ, ਤਾਂ ਫਿਰ ਭਵਿੱਖ 'ਚ ਇੱਕ ਬਹੁਤ ਵੱਡੀ ਗਲਤੀ ਜਿਹੜੀ ਸਾਨੂੰ ਉਹਦਾ ਜਵਾਬ ਦੇਣਾ ਪਊਗਾ। ਸਾਡਾ ਇਤਿਹਾਸ ਵੀ ਤੇ ਸਾਡਾ ਭਵਿੱਖ ਵੀ ਸਾਡੇ ਤੋਂ ਜਵਾਬ ਮੰਗੂਗਾ। ਇੰਨੀਆਂ ਕੁ ਗੱਲਾਂ ਮੈਂ ਅੱਜ ਤੁਹਾਡੇ ਨਾਲ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਬਿਊਰੋ ਰਿਪੋਰਟ, ਰੰਗਲਾ ਟੀਵੀ।